राग आसा महला पहला। पंड जम्मीए पंड निमिए पंड ब्याह। पंडे होवे दोस्ती पंडे चले राह। पंड मुआ पंड पालिए पंड होवे बदान। सो क्यों मंदा आखिए जित जमे राजान। पंड ही पंड उपजे पंडे बाज न कोए। नानक पंडे वारा एके सच्चा सोए। जित मुख सदा सलाइए पागरती चार। नानक ते मुख जले तित सच्चे दरबार। जित मुख सदा सलाइए पागरती चार। नानक ते मुख उजले तित सच्चे दरबार। सतगुर नानक पातशाह जी दा ਇਹ ਸ਼ਬਦ ਰਾਗ ਆਸਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 473 ਤੇ ਸ਼ਿਸ਼ੋਭਤ ਹੈ। ਸਤਿਗੁਰੂ ਨਾਨਕ ਪਾਤਸ਼ਾਹ ਇਸਤਰੀ ਨੂੰ ਜੋ ਉਸ ਸਮੇਂ ਭੰਡਿਆ ਜਾਂਦਾ ਸੀ, ਮਾੜਾ ਕਿਹਾ ਜਾਂਦਾ ਸੀ, ਉਸ ਨੂੰ ਮਾੜੀ ਨਜ਼ਰ ਨਾਲ ਦੇਖਿਆ ਜਾਂਦਾ ਸੀ, ਉਸ ਦੇ ਵਿਰੁੱਧ ਇਸ ਕ੍ਰਿਤੀ ਨੂੰ ਦੂਰ ਕਰਨ ਲਈ ਇਹ ਦੱਸ ਰਹੇ ਹਨ ਕਿ ਨਾਰੀ ਤੋਂ ਹੀ ਸਾਰੀ ਦੁਨੀਆ ਉਪਜਦੀ ਹੈ। ਫਿਰ ਇਸ ਨੂੰ ਮਾੜਾ ਕਿਉਂ ਕਿਹਾ ਜਾਂਦਾ ਹੈ? ਮਾੜਾ ਕਹਿਣ ਵਾਲੇ ਵੀ ਇਸੇ ਨਾਰੀ ਦੇ ਪੇਟ ਤੋਂ ਜਨਮ ਲੈਂਦੇ ਹਨ। ਚਾਹੇ ਰਾਜਾ ਹੈ, ਚਾਹੇ ਰੰਕ ਹੈ, ਚਾਹੇ ਸੰਤ ਹੈ, ਚਾਹੇ ਦੁਨਿਆਵੀ ਹੈ, ਚਾਹੇ ਚੋਰ ਹੈ, ਚਾਹੇ ਕੋਈ ਵੀ ਦੁਨੀਆ ਦਾ ਜੀਵ ਹੈ, ਲੜਕੀ ਹੈ, ਲੜਕਾ ਹੈ, ਸਾਰੇ ਹੀ ਪ੍ਰਾਣੀ ਇਸ ਤੋਂ ਜਨਮ ਲੈ ਰਹੇ ਹਨ। ਫਿਰ ਨਾਰੀ ਨੂੰ ਨਿੰਦਣਾ ਤਾਂ ਘੋਰ ਮਹਾ ਅਪਰਾਧ ਹੈ, ਕਿਉਂਕਿ ਜਿਸ ਤੋਂ ਰਾਜੇ ਰਾਣੇ ਪੈਦਾ ਹੁੰਦੇ ਹਨ, ਸੰਤ ਮਹਾਤਮਾ ਮਹਾਪੁਰਸ਼, ਦੁਨੀਆ ਦੇ ਚਿੰਤਕ, ਮਾਨਵਤਾ ਦਾ ਭਲਾ ਕਰਨ ਵਾਲੇ ਸਭ ਨਾਰੀ ਤੋਂ ਪੈਦਾ ਹੁੰਦੇ ਹਨ। ਤੇ ਫਿਰ ਨਾਰੀ ਨੂੰ ਮਾੜਾ ਕਹਿਣਾ, ਇਸਤਰੀ ਨੂੰ ਮਾੜਾ ਕਹਿਣਾ, ਉਸ ਨੂੰ ਨਿੰਦਣਾ ਬਹੁਤ ਹੀ ਮਾੜਾ ਹੈ। ਸੋ ਇਸ ਕ੍ਰਿਤੀ ਦੇ ਵਿਰੁੱਧ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਸਮੇਂ ਆਵਾਜ਼ ਉਠਾਈ ਜਿੱਥੇ ਨਾਰੀ ਨੂੰ ਵੇਦਾਂ ਸ਼ਸਤਰਾਂ ਦੇ ਵਿੱਚ, ਸਿਮਰਤੀ ਦੇ ਵਿੱਚ, ਮਨੁ ਸਿਮਰਤੀ ਦੇ ਵਿੱਚ ਮਾੜਾ ਕਿਹਾ ਗਿਆ। ਉੱਥੇ ਇਹ ਦੇਖਣ ਵਾਲੀ ਗੱਲ ਹੈ ਕਿ ਨਾਰੀ ਤੋਂ ਤਾਂ ਬਿਨਾਂ ਸੰਸਾਰ ਦੀ ਉਤਪਤੀ ਨਹੀਂ ਹੋ ਸਕਦੀ। ਸੋ ਸਤਿਗੁਰ ਪਾਤਸ਼ਾਹ ਨੇ ਜਿੱਥੇ ਨਾਰੀ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ, ਇਸ ਤੋਂ ਪਹਿਲਾਂ ਵੀ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਚਿਤੌੜਗੜ੍ਹ ਦੀ ਰਾਣੀ ਝਾਲਾਂਬਾਈ ਤੇ ਮੀਰਾਬਾਈ ਨੂੰ ਨਾਮਦਾਨ ਦੇ ਕੇ ਬਰਾਬਰ ਦੇ ਦਰਜੇ ਦੇ ਵਿੱਚ ਲਿਆਂਦਾ ਔਰ ਮੀਰਾਬਾਈ ਦੁਨੀਆ ਦੇ ਉੱਤੇ ਸੰਤ ਕਹਾਈ ਔਰ ਮੀਰਾਬਾਈ ਦਾ ਬਹੁਤ ਵੱਡਾ ਦਰਜਾ ਹੈ। ਸੋ ਸਤਿਗੁਰੂ ਨਾਨਕ ਪਾਤਸ਼ਾਹ ਸਮਝਾ ਰਿਹਾ ਹੈ, ਭੰਡ ਜੰਮੀਏ ਭੰਡ ਨਿੰਮੀਏ ਭੰਡ ਹੋਵੇ ਵਿਆਹ। ਕਹਿੰਦੇ ਭੰਡ ਤੋਂ ਹੀ ਸਾਰੀ ਮਨੁੱਖ ਜਾਤੀ ਦੀ ਉਤਪਤੀ ਹੋ ਰਹੀ ਹੈ। ਜਦੋਂ ਜਨਮ ਹੀ ਇਸਤਰੀ ਤੋਂ ਹੋ ਰਿਹਾ ਹੈ ਅਤੇ ਵਿਆਹ ਵੀ ਇਸਤਰੀ ਦੇ ਨਾਲ ਹੀ ਹੋ ਰਿਹਾ ਹੈ, ਤਾਂ ਫਿਰ ਇਸ ਨੂੰ ਮਾੜਾ ਕਹਿਣਾ ਤਾਂ ਬਹੁਤ ਹੀ ਮੰਦਭਾਗਾ ਗੱਲ ਹੈ। ਸੋ ਜਦੋਂ ਸਾਡਾ ਨਾਰੀ ਤੋਂ ਬਿਨਾਂ ਕੋਈ ਕਾਰਜ ਹੀ ਨਹੀਂ ਸੰਪੂਰਨ ਹੋ ਸਕਦਾ, ਤਾਂ ਫਿਰ ਅਸੀਂ ਨਾਰੀ ਨੂੰ ਜਿਸ ਦੇ ਪੇਟ ਤੋਂ ਜਨਮ ਲਿਆ ਉਸ ਨੂੰ ਮਾੜਾ ਕਹੀਏ ਤਾਂ ਅਸੀਂ ਬਹੁਤ ਹੀ ਮਾੜੀ ਰੀਤ ਨੂੰ ਪਾ ਕੇ ਬੈਠੇ ਸੀ, ਜਿਸ ਨੂੰ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆ ਕੇ ਉਸ ਦੇ ਵਿਰੁੱਧ, ਮਾੜੀ ਰੀਤ ਦੇ ਵਿਰੁੱਧ ਆਵਾਜ਼ ਉਠਾਈ ਔਰ ਇਸਤਰੀ ਜਾਤੀ ਨੂੰ ਬਹੁਤ ਹੀ ਉੱਚਾ ਦਰਜਾ ਦਿੱਤਾ ਕਿ ਜਦੋਂ ਇਸਤਰੀ ਦੇ ਪੇਟ ਤੋਂ ਰਾਜੇ ਰਾਣੇ ਪੈਦਾ ਹੋ ਰਹੇ ਹੈ ਤਾਂ ਫਿਰ ਇਹ ਮਾੜੀ ਕਿਉਂ? ਭੰਡ ਹੋਵੇ ਦੋਸਤੀ ਭੰਡੇ ਚੱਲੇ ਰਾਹ। ਜਿਸ ਦੇ ਨਾਲ ਅਸੀਂ ਦੋਸਤੀ ਕਰਦੇ ਹਾਂ ਉਹ ਵੀ ਨਾਰੀ ਤੋਂ ਹੀ ਪੈਦਾ ਹੋਇਆ, ਨਾਰੀ ਤੋਂ ਹੀ ਸਾਰਾ ਉਤਪਤੀ ਹੋ ਰਹੀ ਹੈ, ਰਸਤਾ ਹੀ ਉਤਪਤੀ ਦਾ ਨਾਰੀ ਹੈ। ਸੋ ਇਸ ਗੱਲ ਨੂੰ ਸਮਝਾਉਣ ਲਈ ਪਾਤਸ਼ਾਹ ਨੇ ਬਹੁਤ ਵੱਡਾ ਉਸ ਵੇਲੇ ਗੱਲ ਸੂਰਮਿਆਂ ਵਾਲੀ ਗੱਲ ਹੋਈ ਹੈ। ਨਹੀਂ ਤਾਂ ਗਲਤ ਰੀਤੀ ਰਿਵਾਜਾਂ ਦੇ ਵਿਰੁੱਧ, ਧਾਰਮਿਕ
ਠੇਕੇਦਾਰ ਉਸ ਵੇਲੇ ਬੋਲਣ ਨਹੀਂ ਸੀ ਦਿੰਦੇ। ਸੋ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਸ਼ਬਦ ਉਚਾਰਿਆ। ਸ਼ਬਦ ਵਿੱਚ ਅੱਗੇ ਕਹਿ ਰਹੇ ਆ, ਭੰਡ ਮੂਆ ਭੰਡ ਭਾਲੀਏ ਭੰਡ ਹੋਵੇ ਬਦਾਨ। ਕਹਿੰਦੇ ਜਦੋਂ ਇਸਤਰੀ ਮਰ ਜਾਂਦੀ ਹੈ ਤਾਂ ਫਿਰ ਅਸੀਂ ਦੂਸਰੀ ਇਸਤਰੀ ਨੂੰ ਸ਼ਾਦੀ ਕਰਨ ਲਈ ਲੱਭਦੇ ਹਾਂ, ਤੇ ਜਿਹੜਾ ਸਾਡੇ ਜਿੰਨੇ ਵੀ ਰਿਸ਼ਤੇ ਹੈ ਉਹ ਬਣਦੇ ਹੀ ਇਸਤਰੀ ਤੋਂ। ਇਸਤਰੀ ਤੋਂ ਹੀ ਸਾਡਾ ਇੱਕ ਲੜਕੀ ਪੈਦਾ ਹੋਈ, ਜਦੋਂ ਲੜਕਾ ਪੈਦਾ ਹੋਵੇਗਾ ਭਰਾ ਦਾ ਰਿਸ਼ਤਾ ਬਣ ਗਿਆ, ਭਰਾ ਪੈਦਾ ਹੋਵੇਗਾ ਲੜਕੀ ਦੇ ਨਾਲ, ਲੜਕੀ ਜੰਮੀ ਭੈਣ ਦਾ ਰਿਸ਼ਤਾ ਬਣ ਗਿਆ, ਮਾਂ ਦਾ ਰਿਸ਼ਤਾ ਬਣ ਗਿਆ, ਸੱਸ ਦਾ ਰਿਸ਼ਤਾ ਬਣ ਗਿਆ, ਸਾਡੇ ਸਾਰੇ ਰਿਸ਼ਤੇ ਹੀ ਪਤਨੀ ਦਾ ਰਿਸ਼ਤਾ ਬਣ ਗਿਆ। ਜਦੋਂ ਇਸ ਇਸਤਰੀ ਤੋਂ ਹੀ ਪੈਦਾ ਹੋ ਰਿਹਾ ਹੈ, ਇਸਤਰੀ ਕਰਕੇ ਹੀ ਸਾਰੇ ਰਿਸ਼ਤੇ ਬਣ ਰਹੇ ਆ, ਤਾਂ ਫਿਰ ਅਸੀਂ ਉਸ ਇਸਤਰੀ ਨੂੰ ਨਿੰਦੀਏ, ਕਿੱਡਾ ਮਾੜਾ ਗੱਲ ਹੈ, ਕਿਵੇਂ ਮਨੁ ਸਿਮਰਤੀ ਦੇ ਵਿੱਚ ਲਿਖ ਦਿੱਤਾ ਗਿਆ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਬਹੁਤ ਵੱਡਾ ਇਹ ਗੱਲ ਕਹੀ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜ਼ਾਨ। ਕਹਿੰਦੇ ਅਸੀਂ ਉਸ ਨੂੰ ਮਾੜਾ ਕਹਿ ਰਹੇ ਹਾਂ ਜਿਸ ਤੋਂ ਰਾਜੇ ਰਾਣੇ ਰੰਕ ਫਕੀਰ ਸੰਤ ਮਹਾਪੁਰਖ ਦੁਨੀਆ ਦੇ ਜਿੰਨੇ ਵੀ ਵੱਡੇ, ਚਾਹੇ ਦੇਵਤਾ ਹੋਏ ਚਾਹੇ ਕੋਈ ਪੈਗੰਬਰ ਹੋਏ, ਸਾਰਿਆਂ ਨੇ ਜਦੋਂ ਜਨਮੀ ਇਸਤਰੀ ਤੋਂ ਲਿਆ ਹੈ, ਤੇ ਫਿਰ ਅਸੀਂ ਉਸ ਨੂੰ ਕਿਵੇਂ ਨਿੰਦ ਸਕਦੇ ਹਾਂ, ਅਸੀਂ ਉਸ ਨੂੰ ਕਿਵੇਂ ਮਾੜਾ ਕਹਿ ਸਕਦੇ ਹਾਂ। ਬਹੁਤ ਵੱਡਾ ਇੱਕ ਸਵਾਲ ਪੈਦਾ ਕਰ ਦਿੱਤਾ ਕਿ ਤੁਸੀਂ ਇਸਤਰੀ ਨੂੰ ਮਾੜਾ ਕਹਿ ਰਹੇ ਹੋ, ਔਰ ਇਸਤਰੀ ਤੋਂ ਬਿਨਾਂ ਸੰਸਾਰ ਦੀ ਉਤਪਤੀ ਨਹੀਂ ਹੋ ਸਕਦੀ, ਸੰਸਾਰ ਵੱਧ ਹੀ ਨਹੀਂ ਸਕਦਾ, ਕੋਈ ਤੁਹਾਡਾ ਰਿਸ਼ਤਾ ਨਹੀਂ ਹੋ ਸਕਦਾ। ਭੰਡ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਈ। ਕਹਿੰਦੇ ਇਸਤਰੀ ਤੇ ਮਰਦ ਤੋਂ ਇਕੱਠੇ ਹੋ ਕੇ ਇੱਕ ਅੱਗੇ ਫਿਰ ਜੋ ਬੱਚਾ ਪੈਦਾ ਹੁੰਦਾ ਹੈ ਉਹ ਇਸਤਰੀ ਤੋਂ ਹੀ ਪੈਦਾ ਹੋ ਰਿਹਾ, ਇਸਤਰੀ ਦੇ ਪੇਟ ਰਾਹੀਂ ਪੈਦਾ ਹੋ ਰਿਹਾ, ਹੋਰ ਕੋਈ ਕਹਿੰਦੇ ਹੈ ਹੀ ਨਹੀਂ। ਭੰਡੇ ਬਾਜ ਨਾ ਕੋਈ ਇਸਤਰੀ ਤੋਂ ਬਿਨਾਂ ਪੈਦਾ ਹੀ ਨਹੀਂ ਹੋ ਸਕਦਾ। ਇਹ ਰਸਤਾ ਜਿਹੜਾ ਦੁਨੀਆ ਤੇ ਆਉਣ ਦਾ, ਇਸੇ ਕਰਕੇ ਸਤਿਗੁਰ ਕਬੀਰ ਮਹਾਰਾਜ ਜੀ ਨੇ ਉਸ ਵੇਲੇ ਇਸ ਰੀਤ ਦੇ ਵਿਰੁੱਧ, ਜਦੋਂ ਬ੍ਰਾਹਮਣ ਕਹਿੰਦੇ ਸੀ ਉੱਚੀ ਕੁੱਲ ਵਾਲੇ ਹੈ, ਉਹਨਾਂ ਨੇ ਕਿਹਾ ਸੀ ਜੇ ਤੂੰ ਬ੍ਰਾਹਮਣੀ ਜਾਇਆ ਦੂਜੇ ਆਨ ਵਾਟ ਨਾ ਆਇਆ। ਜੇ ਕੋਈ ਰਸਤਾ ਹੋਰ ਹੈ ਤਾਂ ਬ੍ਰਾਹਮਣ ਜੀ ਤੁਸੀਂ ਉੱਥੇ ਹੁੰਦੇ ਆਉਣਾ ਸੀ। ਉਤਪਤੀ ਤਾਂ ਰਸਤਾ ਹੀ ਇੱਕ ਹੈ, ਇਸਤਰੀ ਦੇ ਰਾਹੀਂ ਹੀ ਸਾਰਿਆਂ ਨੇ ਜੰਮਣਾ। ਤਾਂ ਫਿਰ ਇਹ ਕਿਉਂ ਕਰ ਰਹੇ हैं? ਕੋਈ नीच है कोई ऊंच है, सब इको ही स्त्री तो पैदा हो रहा है, चाहे वो राजा है चाहे राणा है चाहे कोई भी है, और स्त्री तो ही स्त्री अगे पैदा हो रही है, और कोई सोर्स है नहीं, कोई मैथड ही है नहीं का कोई भी। नानक भंडे वाहरा एको सच्चा सोए। सिर्फ कहते स्त्री तो बिना जिसने जन्म लिया वो सिर्फ परमात्मा है, जिसने ये दुनिया रची है वो सच्चा है, ਜਿਹੜਾ ਅੱਜ ਵੀ ਹੈ ਪਹਿਲਾਂ ਵੀ ਸੀ ਤੇ ਰਹੇਗਾ ਵੀ। ਦੁਨੀਆ ਨਾਸ਼ ਹੋ ਜਾਊਗੀ, ਖਤਮ ਹੋ ਜਾਊਗੀ। ਇਸਤਰੀ ਤੋਂ ਬਿਨਾ ਸਿਰਫ ਪਰਮਾਤਮਾ ਤੋਂ ਬਿਨਾ ਬਾਕੀ ਸਭ ਇਸਤਰੀ ਤੋਂ ਹੀ ਜਨਮ ਲਿਆ ਹੈ। ਚਾਹੇ ਕੋਈ ਦੇਵਤਾ ਹੈ, ਚਾਹੇ संत है, चाहे फकीर है, चाहे राणा है, चाहे राजा है, चाहे रंक है, सब ने जन्म स्त्री तो लिया है। सिर्फ एक परमात्मा ईश्वर अल्लाह वाहिगुरु जिसने स्त्री तो पैदा नहीं हुए। इसे करके उन्होंने कैसी एकमकार सतनाम करता पुरख निरभव निर्वैर अकाल मूरत अजूनी सहबां गुर प्रसाद। अजूनी जड़ा अजून च नहीं किसी चाहता, जिसने किसी तो जन्म नहीं लिया, सहबां गुर प्रसाद अपने आप तो है। इस करके सतगुरु नानक पातशाह कह रहे हैं, नानक भंडे वाहरा एको सच्चा सोए। जिसनों सच क्या, जिसनों प्रकाश क्या, जिसनों जोत क्या, जिसनों रब क्या, जिसनों सचखंड क्या, सिर्फ वही स्त्री तो बिना है, बाकी सारा संसार स्त्री तो उत्पत्ति हुई है। जित मुख सदा सलाइए भाग रत्ती चार। कहते वो किन्ने मुख भागां वाले है, जिन्हां दे मुख तो उस परमात्मा की सिफत सलाह हो रही है, वो भागां वाले है। जिन्हां दे मुख तो परमात्मा का भजन हो रहा, कीर्तन हो रहा, नाम जपया जा रहा, वो मुख हमेशा ही भागां वाले है। नानक ते मुख उजले तित सच्चे दरबार। कहते जिन्हां ने इत्थे नाम नूं जपया, सिमरन किया, उन्हां दा इत्थे भी ते अगे भी सच्चे दरबार दे विच भी उन्हां नूं उस्तत हुंदी, उन्हां दी शोभा हुंदी है। क्योंकि सच्चे दरबार दे विच भी ओही ही जांदे है
ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਣਾ ਹੈ। ਦੂਸਰਾ, ਉੱਥੇ ਸ਼ੋਭਾ ਨਹੀਂ ਹੁੰਦੀ, ਜਾ ਨਹੀਂ ਸਕਦਾ, ਕਿਉਂਕਿ ਬੇਗਮਪੁਰਾ ਜਿਹੜਾ ਹੈ, ਸੱਚਖੰਡ ਜਿਹੜਾ ਹੈ, ਅਕਾਲ ਪੁਰਖ ਜਿਹੜਾ ਹੈ, ਜਿਹਨੂੰ ਅਸੀਂ ਬੇਕੁੰਠ ਕਹਿੰਦੇ ਹਾਂ, ਜਿਹਨੂੰ ਅਸੀਂ ਸੱਚਾ ਦਰਬਾਰ ਕਹਿੰਦੇ ਹਾਂ, ਉੱਥੇ ਸਿਰਫ ਉਹਨਾਂ ਦੇ ਹੀ ਕਹਿੰਦੇ ਸੱਚਖੰਡ ਬਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਵੇਖੇ ਵਿਕਸੇ ਕਰੇ ਵਿਚਾਰ, ਨਾਨਕ ਸੱਚੇ ਕੀ ਸਾਚੀ ਕਾਰ। ਸੋ ਉੱਥੇ ਸਿਰਫ ਤੇ ਸਿਰਫ ਉਹੋ ਹੀ ਮੁਖ ਉਜਲੇ, ਉਹੋ ਹੀ ਚੰਗੇ ਲੱਗਦੇ ਹੈ, ਉਹੋ ਹੀ ਸ਼ੋਭਾ ਪਾਉਂਦੇ ਹੈ। ਪੰਜ ਜਿਹੜੇ ਹੈਗੇ ਆ ਉਹਨਾਂ ਨੂੰ ਸ਼ੋਭਾ ਮਿਲਦੀ ਹੈ, ਜਿਹੜੇ ਉਸ ਦੇ ਨਾਮ ਦੇ ਵਿੱਚ ਰਸੇ ਰਹਿੰਦੇ, ਰੱਤੇ ਰਹਿੰਦੇ, ਹਮੇਸ਼ਾ ਉਸ ਦੇ ਨਾਮ ਦੇ ਵਿੱਚ ਲੀਨ ਰਹਿੰਦੇ, ਉਹਨਾਂ ਨੂੰ ਸ਼ੋਭਾ ਮਿਲਦੀ ਹੈ। ਸੋ ਇਸ ਸ਼ਬਦ ਤੋਂ ਸਤਿਗੁਰ ਪਾਤਸ਼ਾਹ ਨੇ ਜੋ ਸਾਨੂੰ ਸਮਝਾਉਣਾ ਕੀਤਾ ਹੈ ਕਿ ਇਸਤਰੀ ਜਾਤੀ ਨੂੰ ਨਿੰਦਣਾ ਨਹੀਂ ਚਾਹੀਦਾ। ਜਿਹੜੇ ਨਿੰਦਦੇ ਹੈ ਉਹ ਘੋਰ ਅਪਰਾਧੀ ਹੈ, ਕਿਉਂਕਿ ਜਦੋਂ ਜਨਮ ਹੀ ਉਹਨਾਂ ਦਾ ਇਸਤਰੀ ਤੋਂ ਹੋਇਆ ਤੇ ਜਿਸ ਤੋਂ ਜਨਮ ਹੋਇਆ ਉਸੇ ਨੂੰ ਹੀ ਮਾੜਾ ਕਹਿਣਾ ਕਿ ਇਹ ਨਰਕ ਦੀ ਰਸਤਾ ਹੈ, ਨਰਕ ਨੂੰ ਜਾਣ ਵਾਲਾ, ਤੇ ਇਹ ਬੜੀ ਮਾੜੀ ਗੱਲ ਹੈ। ਇਸ ਕਰਕੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਇਸ ਕੁਰੀਤੀ ਦੇ ਵਿਰੁੱਧ ਬਹੁਤ ਵੱਡਾ ਇੱਕ ਹਾ ਦਾ ਨਾਰਾ ਮਾਰਿਆ, ਆਵਾਜ਼ ਬੁਲੰਦ ਕੀਤੀ, ਔਰ ਇਸੇ ਕਰਕੇ ਇਸਤਰੀ ਦੇ ਹੌਲੀ ਹੌਲੀ ਕਰਦੇ ਕਰਦੇ ਅੱਗੇ ਜਾ ਕੇ ਅੱਜ ਇਸਤਰੀ ਜਿਹੜੀ ਹੈ ਮਨੁੱਖ ਦੇ ਬਰਾਬਰ ਕੰਮ ਕਰ ਰਹੀ ਹੈ। ਜਿਹੜਾ ਮਨੁੱਖ ਕੰਮ ਕਰ ਰਿਹਾ ਉਹ ਜੇ ਇਸਤਰੀ ਕੰਮ ਕਰ ਰਹੀ ਹੈ ਔਰ ਬਰਾਬਰ ਦਾ ਦਰਜਾ ਮਿਲਿਆ। ਸੋ ਇਹ ਗੁਰੂਆਂ ਦੀ ਸੋਚ ਤੋਂ ਹੀ ਇਹ ਸੋਚ ਅੱਗੇ ਗਈ ਹੈ, ਜਿਸ ਕਰਕੇ ਅੱਜ ਸਾਨੂੰ ਨਾਰੀ ਨੂੰ ਬਰਾਬਰ ਸਮਝਣਾ ਪੈ ਰਿਹਾ। ਸੋ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਸ਼ਬਦ ਤੋਂ ਜੀਵ ਨੂੰ, ਪ੍ਰਾਣੀ ਨੂੰ ਇਹ ਸਿੱਖਿਆ ਮਿਲਦੀ ਹੈ। ਇਹਨੂੰ ਆਪਣੇ ਮਨ 'ਚ ਵਸਾਉਣਾ ਚਾਹੀਦਾ ਕਿ ਅਸੀਂ ਜਿਸ ਮਾਤਾ ਦੇ ਪੇਟ ਤੋਂ ਜਨਮ ਲਿਆ ਉਹਦੀ ਇੱਜ਼ਤ, ਮਾਣ, ਵਡਿਆਈ ਉਹ ਸਾਡੇ ਹਰ ਟਾਈਮ ਕਰਨਾ ਚਾਹੀਦਾ, ਕਿਉਂਕਿ ਜਿੱਥੇ ਜੀਵ ਦਾ ਪਹਿਲਾ ਸਾਹ ਆਪਣੀ ਮਾਤਾ ਦੀ ਗੋਦ ਦੇ ਵਿੱਚ ਆਉਂਦਾ ਹੈ, ਲੈਂਦਾ ਹੈ, ਉੱਥੇ ਪ੍ਰਾਣੀ ਦਾ, ਜੀਵ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਜਦੋਂ ਉਸ ਦੀ ਮਾਤਾ ਨੇ ਜਾਣਾ ਹੈ ਤਾਂ ਉਸ ਦਾ ਆਖਰੀ ਸਾਹ ਉਸ ਬੱਚੇ ਦੀ ਗੋਦ ਦੇ ਵਿੱਚ ਹੋਵੇ। ਮਾਤਾ ਪਿਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ। ਇਸ ਕਰਕੇ ਆਓ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਆਪਣੇ ਜੀਵਨ ਨੂੰ ਸਫਲ ਕਰਨ ਲਈ ਅਮਲ ਦੇ ਵਿੱਚ ਲਿਆਈਏ। ਸ਼ਬਦ ਉਚਾਰਦਿਆਂ, ਬੋਲਦਿਆਂ, ਪੜ੍ਹਦਿਆਂ ਬਹੁਤ ਗਲਤੀਆਂ ਹੋਈਆਂ ਹੋਣਗੀਆਂ। ਸਤਿਗੁਰੂ ਨਾਨਕ ਪਾਤਸ਼ਾਹ ਪਰਮਾਤਮਾ ਆਪ ਜਾਣੀ ਜਾਣਾ, ਗਲਤੀਆਂ ਬੰਦਾ ਪੁਤਲਾ ਗਲਤੀਆਂ ਦਾ ਆਪ ਬਖਸ਼ਣਹਾਰ ਹੈ, ਉਹ ਗਲਤੀਆਂ ਨੂੰ ਮਾਫ ਕਰਨ। ਅੱਗੇ ਤੋਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸ਼ੁੱਧ ਬਾਣੀ ਪੜ੍ਹਨ ਦਾ, ਉਚਾਰਨ ਦਾ ਬਲ ਬਖਸ਼ਣ ਅਤੇ ਇੰਨੀ ਉੱਚੀ ਮਤ ਬਖਸ਼ਣ ਤਾਂ ਕਿ ਇਸ ਬਾਣੀ ਦੇ ਅਰਥ ਜਿਹੜੇ ਹੈ ਉਹਨਾਂ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਢਾਲਣ ਦਾ ਮੌਕਾ ਮਿਲੇ। ਸਵਾਸਾਂ ਦੀ ਪੂੰਜੀ ਜਿਹੜੀ ਪਰਮਾਤਮਾ ਨੇ ਦਿੱਤੀ ਹੈ ਉਹਨਾਂ ਦੀ ਕਿਰਪਾ ਦੇ ਨਾਲ ਲੇਖੇ 'ਚ ਲੱਗ ਜਵੇ। ਸੋ ਇੰਨਾ ਕੁਛ ਕਹਿੰਦੇ ਹੋਏ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹੋਏ ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।